जय भारत। मैं उर्वशी न्यूज़ टीम 7 से आप सभी दर्शकों का स्वागत करती हूं। इस वक्त सिरसा की तहसील डबवाली में एसडीएम दफ्तर के बाहर हम खड़े हैं और आप मेरे पीछे देख रहे होंगे कि किसान इस वक्त धरने पर बैठे हैं। मैं आपको पूरा मामला बता देना चाहूँगी कि मामला ये है कि खराब फसलों के मुआवजे को लेकर किसान आज यहाँ पर अनिश्चितकालीन धरने पर बैठे हैं। ਅੱਜ ਦਾ ਜਿਹੜਾ ਸਾਡਾ ਮੁੱਖ ਧਰਨਾ ਲਾਉਣ ਦਾ ਕਾਰਨ ਜਿਹੜੀਆਂ ਫਸਲਾਂ ਸਾਡੀਆਂ ਬਿਲਕੁਲ ਖਰਾਬ ਹੋ ਚੁੱਕੀਆਂ। ਨਰਮੇ ਦੀ ਫਸਲ ਕੁਛ ਮੀਂਹ ਨੇ ਖਰਾਬ ਕਰਤੀ 50%, ਰਹਿੰਦੀ 30% ਸੁੰਡੀ ਨੇ ਖਰਾਬ ਕਰਤੀ। ਹਜੇ ਤੱਕ ਪਿੰਡਾਂ ਦੇ ਵਿੱਚ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ, ਨਾ ਕੋਈ ਉਹਦੀ ਸਪੈਸ਼ਲ ਗਿਰਦਾਵਰੀ ਹੋਈ ਹੈ, ਨਾ ਕੋਈ ਮੁਆਵਜ਼ੇ ਦੀ ਅਨਾਉਂਸਮੈਂਟ ਹੋਈ ਹੈ। ਉਹਦੇ ਵਾਸਤੇ ਅੱਜ ਅਸੀਂ ਸਾਰੇ ਡੱਬ ਵਾਲੀ ਹਲਕੇ ਦੇ ਜਿੰਨੇ ਵੀ ਪਿੰਡ ਪੈਂਦੇ ਹੈ, ਸਾਰੇ ਪਿੰਡਾਂ ਦੇ ਕਿਸਾਨ ਵੀਰ ਇਕੱਠੇ ਹੋ ਕੇ ਇਹ ਧਰਨਾ ਲਾਉਣ ਦਾ ਮੁੱਖ ਕਾਰਨ ਅੱਜ ਇਹੀ ਹੈ ਕਿ ਅਸੀਂ ਐਸਡੀਐਮ ਸਾਹਿਬ ਨੂੰ ਇਹੀ ਕਹਿਣਾ ਹੈ ਕਿ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਓ ਤੇ ਸਰਕਾਰ ਨੂੰ ਇਹ ਦੱਸੋ ਕਿ ਡੱਬ ਵਾਲੀ ਏਰੀਏ ਦੇ ਵਿੱਚ ਫਸਲ ਬਿਲਕੁਲ ਨਸ਼ਟ ਹੋ ਚੁੱਕੀ ਹੈ ਤੇ ਉਹਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਹਰੇਕ ਪਿੰਡ ਦੇ ਵਿੱਚ ਪੂਰਾ ਨੁਕਸਾਨ ਹੈ। ਘੱਟੋ ਘੱਟ 80% ਨਰਮਾ ਮਰ ਗਿਆ। ਗਵਾਰਾ ਬਿਲਕੁਲ ਕਾਲਾ ਹੋ ਗਿਆ। ਉਹ ਕਿਸੇ ਹਿਸਾਬ 'ਚ ਨਹੀਂ। ਮੂੰਗਫਲਾ ਬੀਜਿਆ ਸੀ ਲੋਕਾਂ ਨੇ, ਉਹ ਵੀ ਮੀਂਹ ਨੇ ਖਤਮ ਕਰਤਾ। ਕਿਸੇ ਵੀ ਫਸਲ ਦਾ ਸਹੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਕੋਈ ਵੀ ਫਸਲ ਸਹੀ ਹੈ। ਝੋਨੇ ਦੀ ਹਜੇ ਅੱਗੇ ਆ ਕੇ ਪਤਾ ਲੱਗਣਾ ਉਹਦਾ ਕੀ ਝਾੜ ਹੈ, ਕੀ ਸਿਸਟਮ ਹੈ। ਮੀਂਹ ਉੱਥੇ ਦੇ ਵੀ ਨੁਕਸਾਨ ਬਹੁਤ ਕੀਤਾ ਹੈ ਤੇ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ। ਜਿਹੜੀ ਇਹ ਸਰਕਾਰ ਕਦੇ ਦਾਅਵੇ ਕਰਦੀ ਹੁੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਆ ਜਿਹੜਾ ਸਾਡੇ ਏਰੀਏ ਦਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਰੋਜ਼ ਬਿਆਨ ਦਿੰਦਾ ਹੈ ਕਿ ਮੈਂ ਕਿਸਾਨਾਂ ਦਾ ਹਿਤੈਸ਼ੀ ਹਾਂ, ਉਹ ਪਤਾ ਨਹੀਂ ਕਿੱਥੇ ਲੁਕਿਆ ਬੈਠਾ ਹੈ। ਤੇ ਅੱਜ ਕਿਸਾਨਾਂ ਤੇ ਬਹੁਤ ਵੱਡੀ ਮਾਰ ਪੈ ਗਈ। ਕਿਸਾਨ ਇੱਕ ਮੌਤ ਦੇ ਕਗਾਰ ਤੇ ਖੜਾ ਹੈ ਜੀ। ਅੱਜ ਜੇ ਨਾ ਮੁਆਵਜ਼ਾ ਮਿਲਿਆ ਤੇ ਕਿਸਾਨ ਨੂੰ ਆਉਣ ਵਾਲੀ ਫਸਲ ਬੀਜਣੀ ਬਹੁਤ ਮੁਸ਼ਕਲ ਹੋ ਜਾਊਗੀ। ਬੀਜਣ ਵਾਸਤੇ ਕਿਸਾਨ ਕੋਲੇ ਕੋਈ ਪੈਸਾ ਨਹੀਂ। ਜਿਹੜਾ ਆੜਤੀ ਵਾਲਾ ਸਿਸਟਮ ਸੀ ਉਹ ਵੀ ਸਰਕਾਰ ਤੋੜ ਰਹੀ ਹੈ। ਪਹਿਲਾਂ ਆੜਤੀਆ ਸਾਨੂੰ ਪੈਸੇ ਦੇ ਦਿੰਦਾ ਸੀ ਅਗਲੀ ਫਸਲ ਬੀਜਣ ਵਾਸਤੇ, ਪਰ ਹੁਣ ਆੜਤੀਏ ਨੂੰ ਵੀ ਇਹ ਪਤਾ ਹੈ ਕਿ ਜਿਹੜਾ ਇਹ ਫਸਲ ਦੇ ਪੈਸੇ ਹੈ ਉਹ ਸਿੱਧੇ ਅਦਾਇਗੀ ਕਰਨ ਲੱਗ ਗਈ ਸਰਕਾਰ। ਉਹਨਾਂ ਦੇ ਵਿੱਚ ਸਾਡਾ ਆੜਤੀਏ ਦਾ ਤੇ ਕਿਸਾਨ ਦਾ ਜਿਹੜਾ ਰੁਤਬਾ ਉਹ ਵੀ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਉਹਦੇ ਖਿਲਾਫ ਅਸੀਂ ਇਹ ਵੀ ਕਹਿੰਦੇ ਆ ਕਿ ਆੜਤੀਆ ਵੀ ਅੱਜ ਸਾਨੂੰ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਤੇ ਸਾਡਾ ਸਿਸਟਮ ਬਹੁਤ ਵਿਗੜ ਜਾਣਾ ਹੈ। ਕਿਸਾਨ ਬਿਲਕੁਲ ਫੇਲ ਹੋ ਜਾਣਾ। ਬਿਲਕੁਲ ਜੀ, ਅਸੀਂ ਦੋਨੇ ਮੰਗਾਂ ਰੱਖੀਆਂ ਵੀ ਘੱਟੋ ਘੱਟ 40,000 ਰੁਪਇਆ ਕਿਸਾਨ ਨੂੰ ਮਿਲੇ, 10,000 ਰੁਪਇਆ ਮਜ਼ਦੂਰ ਨੂੰ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਮਜ਼ਦੂਰ ਨੇ ਤਾਂ ਉਹੀ ਮਜ਼ਦੂਰੀ ਕਰਨੀ ਸੀ ਤੇ ਉਹ ਖਾਣਾ ਸੀਗਾ। ਉਹਦੇ ਤੇ ਸਭ ਤੋਂ ਵੱਡੀ ਮਾਰ ਤਾਂ ਮਜ਼ਦੂਰ ਤੇ ਪੈ ਗਈ, ਕਿਉਂਕਿ ਕਿਸਾਨ ਤੇ ਮਜ਼ਦੂਰ ਦਾ ਇੱਕ ਰਿਸ਼ਤਾ ਹੈ। ਆਪ ਦੇ ਵਿੱਚ ਇੱਕ ਦੂਜੇ ਬਿਨਾਂ ਇਹਨਾਂ ਨੂੰ ਨਹੀਂ ਸਰਦਾ ਤੇ ਅਸੀਂ ਦੋਨਾਂ ਦੀ ਹੀ ਗੱਲ ਰੱਖਣੀ ਹੈ ਕਿ 40,000 ਰੁਪਇਆ ਮੁਆਵਜ਼ਾ ਘੱਟੋ ਘੱਟ ਕਿਸਾਨ ਨੂੰ ਤੇ 10,000 ਰੁਪਇਆ ਮਜ਼ਦੂਰ ਨੂੰ ਮਿਲਣਾ ਚਾਹੀਦਾ। ਜਿਸ ਦਿਨ ਇਹ ਸ਼ੁਰੂਆਤ ਹੋਈ ਸੀ ਧਰਨੇ ਦੀ, ਇਕੱਲੇ ਇਸ ਦਿਨ ਹੀ ਆਪਣੇ 3 ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਹੋਈ ਸੀ। ਉਸ ਦਿਨ ਦੀ ਸਭ ਤੋਂ ਵੱਡੀ ਸ਼ਾਇਦ ਸ਼ਮੂਲੀਅਤ ਇੱਕ ਯੂਥ ਨੇ ਕੀਤੀ ਸੀਗੀ, ਜੰਗ ਨਹੀਂ ਕੀਤੀ ਸੀਗੀ। ਜਿੰਨਾ ਚਿਰ ਸ਼ੁਰੂਆਤ ਕਰਕੇ ਸ਼ਾਇਦ ਦਿੱਲੀ ਤੱਕ ਪਹੁੰਚਣਾ ਬਹੁਤ ਔਖਾ ਸੀ ਯੂਥ ਤੋਂ ਬਿਨਾਂ, ਤਾਂ ਬਜ਼ੁਰਗਾਂ ਦੇ ਨਾਲ ਚੱਲ ਕੇ ਜਿਹੜਾ ਯੂਥ ਨੇ ਸਾਥ ਦਿੱਤਾ, ਅੱਜ ਤੱਕ ਦਿੱਤਾ ਤੇ ਅੱਗੇ ਵੀ ਦਿੰਦੇ ਰਹਾਂਗੇ ਸੀ। ਜਿੰਨਾ ਚਿਰ ਸਾਡੇ ਬਜ਼ੁਰਗ ਬੈਠੇ ਨੇ ਉੱਥੇ, ਉਹਨਾਂ ਚਿਰ ਉਹਨਾਂ ਦੇ ਨਾਲ ਖੜੇ ਹਾਂ ਅਸੀਂ, ਉਹਨਾਂ ਦਾ ਹੌਸਲਾ ਡਾਊਨ नहीं होने देना। नमस्कार। आपका नाम? बलकार सिंह जी। अबूब शहर में जो एसिड अटैक का जो मुद्दा चला है इस वक्त, तो किस तरह का रिएक्शन है सरकार का आपकी तरफ? सरकार अभी तक कुछ नहीं कर रही जी। हमारे को 8 दिन का टाइम तहसीलदार साहब ने दिया था, अब तक उस पर कोई गौर नहीं की गई। और जो पुलिस प्रशासन था उसने भी कोई ज़्यादा इतना गौर नहीं की। और आज 6 दिन बीत चुके हैं और हमारे गांव में पता नहीं परमात्मा की कृपा, जो जगह वो एसिड बिखरा हुआ है वहाँ डेली बरसात हो जाती है और बरसात से वो उससे ज़्यादा फैल जाता है। फैलने के कारण आने जाने वाले जो राहगीर हैं उनको भी सांस लेने में तकलीफ़ होती है। और साथ में लगे जो मजदूर हैं वो हमारे तो कोई दिहाड़ी नहीं आ रहा, कोई नरमा चुगने के लिए नहीं आ रहा। इसलिए नहीं आ रहा क्योंकि वहाँ सांस की बहुत ज़्यादा तकलीफ़ है और बीमारी फैलने का डर है। अभी तक कोई स्वास्थ्य विभाग और ना कोई खेतीबाड़ी महकमा, अभी तक किसी ने कोई हमारी सार नहीं ली। अभी भी जो वो जहाँ एसिड बिखरा था उस पर मिट्टी डलवा दी गई है। वो मिट्टी से भी अब जब बारिश हो जाती है वो सारा बाहर आ जाता है। बाहर आने की वजह से आगे फसलों का भी नुकसान हो रहा है। और जो वहाँ से हमारे मजदूर लोग हैं वो भी हमारे खेतों में काम करने के लिए, चुगाई के लिए
बिल्कुल नहीं आते। वो बोलते हैं वहाँ कोई ना कोई बीमारी फैल जाएगी। अभी तक हमारी किसी भी खेतीबाड़ी महकमे ने और प्रशासन ने हमारी कोई सार नहीं ली। उस दिन हमारे को आश्वासन दे के भी 8 दिन के अंदर अंदर आपको जो आपका नुकसान हुआ है वो आपको नकद जो राशि है वो आपको दी जाएगी, परंतु हमारे साथ बिल्कुल इंसाफ नहीं हो रहा, हमारे साथ धक्का हो रहा है। ਦੇਖੋ ਜੀ, ਜਿਵੇਂ ਕੱਲ ਦੇਸੂ ਯੋਧਾ ਦੇ ਵਿੱਚ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ ਸੀ, ਸ਼ਰੇਆਮ ਚਿੱਟਾ ਵੇਚ ਰਿਹਾ ਸੀ, ਉਸ ਨਸ਼ੇ ਨੂੰ ਲੈ ਕੇ ਸਾਡੀ ਹਰਿਆਣਾ ਕਿਸਾਨ ਏਕਤਾ ਡੱਬ ਵਾਲੀ ਦੀ ਟੀਮ ਆ ਇਹ ਇਕੱਲੀ ਕਿਸਾਨੀ ਮੁੱਦੇ ਤੇ ਗੱਲ ਨਹੀਂ ਕਰ ਰਹੀ ਜੀ। ਅਸੀਂ ਦੇਸ਼ ਦਾ ਭਵਿੱਖ ਬਚਾਉਣ ਲਈ ਵੀ ਅੱਗੇ ਵੱਧ ਚੜ੍ਹ ਕੇ ਸਮਾਜਿਕ ਕੰਮਾਂ 'ਚ ਅਸੀਂ ਸੰਯੋਗ ਕਰ ਰਹੇ ਹਾਂ। ਚਾਹੇ ਕੱਲ ਨੂੰ ਨਸ਼ੇ ਦਾ ਮੁੱਦੇ ਦੀ ਆਵਾਜ਼ ਉਠਾਈ ਜਾਂ ਸੜਕ ਦੀ ਜਿਹੜੀ ਯੋਜਨਾ ਚੱਲ ਰਹੀ ਹੈ, ਸਾਡੇ ਕਿਸਾਨ ਭਰਾਵਾਂ ਨਾਲ ਧੱਕਾ ਹੋ ਰਿਹਾ, ਉਹਨਾਂ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ, ਉਸ ਨੂੰ ਵੀ ਜਾਂ ਹੋਰ ਵੀ ਕੋਈ ਸਮਾਜਿਕ ਕੰਮ ਹੋਵੇ ਉਹ 'ਚ ਅਸੀਂ ਵੱਧ ਚੜ੍ਹ ਕੇ ਅੱਗੇ ਆਵਾਂਗੇ ਜੀ। ਜਿਹੜੇ ਪਿੰਡਾਂ ਨੇ ਸਾਥ ਦਿੱਤਾ ਜੀ ਉਸ ਦੇ ਵਿੱਚ ਕੱਲ ਨਸ਼ੇ ਦੇ ਖਿਲਾਫ ਆਵਾਜ਼ ਉਠਾਈ। ਸਾਡਾ ਕੰਮ ਹੈ ਜੀ ਕਿਸਾਨੀ ਤੇ ਜਵਾਨੀ ਬਚਾਉਣੀ, ਕਿਉਂਕਿ ਇੱਕ ਪਾਸੇ ਤਾਂ ਕਿਸਾਨੀ ਸਾਡੀ ਰੁਲਦੀ ਜਾ ਰਹੀ ਆ, ਦੂਜੇ ਪਾਸੇ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਉਹਦੇ ਵਿੱਚ ਸਾਡੀ ਜਵਾਨੀ ਦਾ ਘਾਣ ਹੋ ਰਿਹਾ ਜੀ। ਕੁਝ ਪਰਸੈਂਟ ਹੀ ਨੌਜਵਾਨ ਆ ਜਿਹੜੇ ਬਚੇ ਖੁਚੇ ਆ ਜੀ ਹਜੇ। ਸਾਡੀ ਅਪੀਲ ਆ ਕਿ ਉਹਨਾਂ ਨੂੰ ਅਸੀਂ ਤਾਂ ਕਿ ਬਚਾ ਸਕੀਏ, ਇਸ ਨਸ਼ੇ ਦੀ ਦਲਦਲ ਚੋਂ ਕੱਢ ਸਕੀਏ। ਇਸ ਮੁੱਦੇ ਤੇ ਅਸੀਂ ਤਾਂ ਕੱਲ ਆਵਾਜ਼ ਉਠਾਈ ਤੇ ਆਸੇ-ਪਾਸੇ ਦੇ ਪਿੰਡਾਂ ਨੇ ਵੀ ਸੰਯੋਗ ਦਿੱਤਾ ਸੀ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਜਿੱਥੇ ਕਿਤੇ ਵੀ ਲੋੜ ਪੈਂਦੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਉਹ ਕਿਸਾਨ ਭਰਾਵਾਂ ਨੂੰ ਆਸੇ-ਪਾਸੇ ਦੇ ਪਿੰਡਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕਿਸੇ ਵੀ ਕੰਮ 'ਚ ਲੋੜ ਪੈਂਦੀ ਹੈ ਤਾਂ ਹਰਿਆਣਾ ਕਿਸਾਨ ਏਕਤਾ ਡੱਬ ਵਾਲੀ ਦੀ ਟੀਮ ਸਦਾ ਤੁਹਾਡੇ ਨਾਲ ਖੜੂਗੀ। हरियाणा किसान एकता डबवाली की टीम और संयुक्त किसान मोर्चा के जो किसान हैं इस वक्त यहाँ पर बैठे हैं। मैं आपको दिखा दूं कि एक तरफ जो किसान हैं उनका धरना लगा हुआ है और दूसरी तरफ एसडीएम दफ्तर उप मंडलाधीश डबवाली, तो वहाँ से आप देख सकते हैं कोई रिएक्शन देखने को नहीं मिल रहा है। जिस तरह से किसान यहाँ पर सुबह से ही जो किसान यहाँ पर आकर बैठे हुए हैं, लेकिन विभाग की तरफ से कोई कार्रवाई नहीं की गई है। और मैं आपको बाकी सारे मुद्दे बता दूं कि जो ये संयुक्त किसान मोर्चा है केवल एक ही मुद्दे को लेकर, एमएसपी के जो मुद्दा है उसे लेकर नहीं, आम आदमी के जितने भी मुद्दे हैं उन सभी कड़ियों को अपने साथ जोड़ता जा रहा है। चाहे वो नशे को लेकर है, चाहे वो ज़मीन को लेकर है, चाहे अबूब शहर का मुद्दा है। तो आम आदमी और किसान और मजदूरी वर्ग के जितने भी मुद्दे हैं उन सभी मुद्दों को वो अपने साथ लेकर चल रहा हूँ कि अबूब शहर का जो मुद्दा है उसमें जिस तरह से जो एसिड था जिस खेत को उसने प्रभावित किया है, उसकी मिट्टी लगातार वहाँ पर जो बारिश हो रही है उसकी वजह से जो एसिड है वो उस ज़मीन में धंस चुका है। वहाँ पर कोई भी मजदूर काम करने के लिए तैयार नहीं है। जन स्वास्थ्य की कोई भी जो टीम है वहाँ पर उनका निरीक्षण करने के लिए नहीं पहुँची है, लोगों के स्वास्थ्य के लिए नहीं पहुँची है। तो ये सबसे बड़ा एक चेतावनी सिद्ध हो सकती है विभाग के लिए कि जो कार्य विभाग के बनते हैं वो विभाग को अवश्य करने चाहिए, क्योंकि जो किसान है वो पूरे देश के जो भरण पोषण के लिए अपना जो मेहनत है वो उसमें लगा देता है, पूरे देश का हम कह सकते हैं पालनहार है। अगर इस तरह की समस्याओं का सामना उसे ही करना होगा तो आम जो व्यक्ति है उसका क्या हाल हो।